ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਦਾ ਕੈਨੇਡਾ 'ਚੋਂ ਪਾਬੰਦੀਆਂ ਹਟਾਉਣ ਬਾਰੇ ਐਲਾਨ। ਟਰੂਡੋ ਨੇ ਦੱਸਿਆ ਕਦੋਂ ਹਟਣਗੀਆਂ ਪਾਬੰਦੀਆਂ। ਐਲਬਰਟਾ ਬੰਦ ਕਰੇਗਾ ਐਸਟ੍ਰਾਜੈਨੇਕਾ ਟੀਕਾ ਲਗਾਉਣਾ। ਟੀਕਾ ਬੰਦ ਕਰਨ ਪਿੱਛੇ ਦੋ ਕਾਰਨ ਆਏ ਸਾਹਮਣੇ। ਸਰੀ ਪੁਲਿਸ ਨੇ ਲੋਡ ਹੋਈ ਗਨ ਕੀਤੀ ਬਰਾਮਦ। ਇਸ ਮਾਮਲੇ ਦੇ ਵਿੱਚ ਜੋੜਾ ਕੀਤਾ ਗ੍ਰਿਫਤਾਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੱਲ ਰਹੀ ਗੈਂਗ ਵਾਰ ਦੇ ਉੱਪਰ ਪੁਲਿਸ ਦਾ ਬਿਆਨ। BC ਵਾਸੀਆਂ ਦੀ ਭਲਾਈ ਦੇ ਲਈ ਕਦਮ ਚੁੱਕਣ ਦਾ ਦਾਅਵਾ। ਕੈਨੇਡਾ ਦੀ ਕੋਰੋਨਾ ਬਾਰੇ ਅਪਡੇਟ। ਜਾਣੋ ਕਿੱਥੋਂ ਆਏ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ। ਅਮਰੀਕਾ ਦੇ ਏਅਰਪੋਰਟ ਤੋਂ ਪਾਥੀਆਂ ਬਰਾਮਦ। ਭਾਰਤੀ ਯਾਤਰੀ ਕੋਲੋਂ ਬੈਗ ਬਰਾਮਦ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਤੋਂ ਕਦੋਂ ਪਾਬੰਦੀਆਂ ਹਟਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਜੇਕਰ ਹਾਲਾਤ ਠੀਕ ਰਹਿੰਦੇ ਨੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲੱਗ ਜਾਂਦੀ ਹੈ, ਜਾਣੀ ਕਿ 75% ਕੈਨੇਡੀਅਨਸ ਨੂੰ ਕੋਵਿਡ ਵੈਕਸੀਨ ਸ਼ਾਟ ਲੱਗ ਜਾਵੇਗਾ ਤੇ ਇਹਨਾਂ ਪਾਬੰਦੀਆਂ ਤੋਂ ਰਾਹਤ ਦਿੱਤੀ ਜਾਵੇਗੀ। ਹੋਰ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਕੀ ਕਿਹਾ ਗਿਆ, ਜਾਣੋ ਇਸ ਖਬਰ ਦੇ ਰਾਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਨੂੰ ਕਦੋਂ ਹਟਾਇਆ ਜਾਵੇਗਾ। ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਵੱਲੋਂ 1 ਡੋਜ਼ ਸਮਰ ਅਤੇ 2 ਡੋਜ਼ ਫਾਲ ਦਾ ਨਾਅਰਾ ਦਿੱਤਾ ਗਿਆ। ਦਰਅਸਲ ਪ੍ਰਧਾਨ ਮੰਤਰੀ ਟਰੂਡੋ ਦੇ ਇਸ ਨਾਅਰੇ ਦਾ ਮਤਲਬ ਸੀ ਕਿ ਜੇਕਰ ਅਸੀਂ ਫਾਲ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਵੈਕਸੀਨੇਟਡ ਹੋਣਾ ਚਾਹੁੰਦੇ ਹਾਂ, ਜਾਣੀ ਕਿ ਕੈਨੇਡਾ ਦੇ ਵਿੱਚ ਸਾਰੇ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਜਾਵੇ, ਇਸ ਦੇ ਵਾਸਤੇ ਸਾਨੂੰ ਗਰਮੀਆਂ ਦੇ ਵਿੱਚ ਕੋਵਿਡ-19 ਵੈਕਸੀਨ ਦਾ ਸ਼ਾਟ ਲਗਵਾਉਣਾ ਹੋਵੇਗਾ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੋਰੋਨਾ ਕਾਰਨ ਜਾਰੀ ਪਾਬੰਦੀਆਂ ਨੂੰ ਹਟਾਇਆ ਜਾ ਸਕਦਾ ਹੈ ਜੇਕਰ ਕੋਵਿਡ-19 ਵੈਕਸੀਨ ਜ਼ਿਆਦਾਤਰ ਲੋਕਾਂ ਨੂੰ ਲਗਾਈ ਜਾਵੇ। ਜੇਕਰ ਕੈਨੇਡਾ ਦੀ ਆਬਾਦੀ ਦੇ ਵਿੱਚੋਂ 75% ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾ ਦਿੱਤਾ ਗਿਆ ਤਾਂ ਇਹਨਾਂ ਰੈਸਟ੍ਰਿਕਸ਼ਨਸ ਨੂੰ ਹਟਾਇਆ ਜਾ ਸਕਦਾ ਹੈ। ਟਰੂਡੋ ਵੱਲੋਂ ਇੱਕ ਵਾਰ ਫਿਰ ਤੋਂ ਆਪਣੀ ਉਸ ਗੱਲ ਨੂੰ ਦੁਹਰਾਇਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਤੰਬਰ ਮਹੀਨੇ ਤੱਕ ਸਾਡੇ ਕੋਲ ਇੰਨੀਆਂ ਵੈਕਸੀਨ ਡੋਜ਼ ਹੋਣਗੀਆਂ ਕਿ ਹਰ ਇੱਕ ਕੈਨੇਡੀਅਨ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਇਆ ਜਾ ਸਕੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Yesterday, I met virtually with nurses in Manitoba to say thank you for their incredible work and to hear how things are going on the ground. I got to hear firsthand how exhausted they are, but also how determined they are to continue to be there for Canadians. So to nurses across the country, I know this past year has been tough and that this third wave is even harder. But you keep stepping up for your patients and for Canadians. Thank you for your dedication, your skill, and your compassion. Our government will continue to be there for everything you need, from vaccines to rapid tests to PPE to everything else. Our fight against COVID-19 is not over. In many parts of the country, cases are still too high and hospitals are still under incredible pressure. But there is hope. More Canadians are getting vaccinated every day. Almost 50% of eligible adults have received at least one shot. Canada is in the top 3 countries in the G20 in terms of daily vaccinations. By summer, we'll have enough vaccines so that every eligible Canadian will have gotten their first dose. And by September, as we've been saying for months, we'll have enough doses for every Canadian to be fully vaccinated. So here's the situation. More and more Canadians are getting vaccinated, but like we know, cases in far too many places are far too high. We can't ease public health restrictions until cases are way down. We all want to have a summer where we can see our loved ones and invite friends over for barbecues. We can have that summer. We can have a one-dose summer. But for that, 2 things need to happen. First, restrictions need to remain in place until cases go way down with more screening, testing, and contact tracing. We need to successfully limit community transmission. Second, as Dr. Tam said, at least 75% of Canadians need to have received their first shots. And we need to keep ramping up those second doses. If we can do this, then we can have a more normal,
better summer. And a 1-dose summer sets us up for a 2-dose fall, when we'll be able to talk about going back to school, back to work, and back to more normality. That's what the coming months could look like. That's what I'm excited about. And that's up to all of us by remaining vigilant, following local public health guidelines to drive case numbers down, and getting vaccinated. ਅਲਬਰਟਾ ਤੋਂ ਐਸਟ੍ਰਾਜੈਨੇਕਾ ਟੀਕੇ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਹੁਣ ਪ੍ਰੋਵਿੰਸ ਦੇ ਵਿੱਚ ਐਸਟ੍ਰਾਜੈਨੇਕਾ ਟੀਕੇ ਲਗਾਉਣੇ ਬੰਦ ਕੀਤੇ ਜਾਣਗੇ। ਇਸ ਦੇ ਵਾਸਤੇ ਦੋ ਕਾਰਨ ਸਾਹਮਣੇ ਆ ਰਹੇ ਨੇ। ਇੱਕ ਕਾਰਨ ਤਾਂ ਇਹੀ ਮੰਨਿਆ ਜਾ ਰਿਹਾ ਹੈ ਕਿ ਐਸਟ੍ਰਾਜੈਨੇਕਾ ਟੀਕੇ ਦੀ ਸਪਲਾਈ ਘੱਟ ਹੈ, ਤੇ ਦੂਸਰਾ ਇਸ ਦੇ ਨਾਲ ਬਲੱਡ ਕਲੌਟ ਦਾ ਜੋ ਵਿਵਾਦ ਜੁੜਿਆ ਹੋਇਆ ਹੈ। ਅਲਬਰਟਾ ਤੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਅਲਬਰਟਾ ਵੱਲੋਂ ਹੁਣ ਐਸਟ੍ਰਾਜੈਨੇਕਾ ਵੈਕਸੀਨ ਦੀ ਡੋਜ਼ ਨਹੀਂ ਦਿੱਤੀ ਜਾਵੇਗੀ। ਜੀ ਹਾਂ, ਅਲਬਰਟਾ ਦੇ ਵਿੱਚ ਆਕਸਫੋਰਡ ਐਸਟ੍ਰਾਜੈਨੇਕਾ ਕੋਵਿਡ-19 ਵੈਕਸੀਨ ਦੀਆਂ ਪਹਿਲੀਆਂ ਖੁਰਾਕਾਂ ਦੇਣੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਅਲਬਰਟਾ ਦੇ ਵਿੱਚ mRNA ਵੈਕਸੀਨ ਦੀਆਂ ਹੁਣ ਡੋਜ਼ ਦਿੱਤੀਆਂ ਜਾਣਗੀਆਂ। ਇਸ ਫੈਸਲੇ ਦੇ ਪਿੱਛੇ ਦੋ ਕਾਰਨ ਮੰਨੇ ਜਾ ਰਹੇ ਹਨ। ਇੱਕ ਕਾਰਨ ਕਿ ਫਾਈਜ਼ਰ ਬਾਇਓਟੈਕ ਅਤੇ ਮਾਡਰਨਾ ਵੱਲੋਂ ਆਪਣੀ ਸਪਲਾਈ ਨੂੰ ਵਧਾਇਆ ਜਾ ਰਿਹਾ ਹੈ, ਤੇ ਦੂਜਾ ਕਾਰਨ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ ਨਾਲ ਬਲੱਡ ਕਲੌਟ ਦੇ ਸੰਬੰਧੀ ਮਾਮਲੇ ਸਾਹਮਣੇ ਆ ਰਹੇ ਹਨ। ਅਜੇ ਇਸ ਸੰਬੰਧੀ ਫੈਸਲਾ ਨਹੀਂ ਲਿਆ ਗਿਆ ਕਿ ਜਿਹੜੇ ਲੋਕ ਐਸਟ੍ਰਾਜੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ, ਉਹਨਾਂ ਨੂੰ ਦੂਸਰੀ ਡੋਜ਼ ਕਿਹੜੀ ਵੈਕਸੀਨ ਦੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ ਨਾਲ ਸੰਬੰਧਿਤ ਕਈ ਬਲੱਡ ਕਲੌਟ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵਿੱਚ ਵੀ ਇਹਨਾਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਅਜਿਹੇ ਵੀ ਲੋਕ ਸਨ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਉਣ ਦੇ ਵਾਸਤੇ ਸੰਕੋਚ ਕੀਤਾ ਜਾ ਰਿਹਾ ਸੀ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਦੇ ਵੈਕਸੀਨ ਮਾਹਰਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਲੋਕਾਂ ਨੂੰ ਐਸਟ੍ਰਾਜੈਨੇਕਾ ਦੀ ਡੋਜ਼ ਦੀ ਬਜਾਏ ਫਾਈਜ਼ਰ ਅਤੇ ਮਾਡਰਨਾ ਦੀ ਡੋਜ਼ ਦਿੱਤੀ ਜਾਵੇ ਜਿਨ੍ਹਾਂ ਨੂੰ ਕੋਵਿਡ-19 ਤੋਂ ਵੱਧ ਖਤਰਾ ਹੈ। ਸਰੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਇੱਕ ਜੋੜੇ ਦੇ ਕੋਲੋਂ ਲੋਡਡ ਗਨ ਬਰਾਮਦ ਕੀਤੀ ਗਈ ਹੈ। ਨਿਊਟਨ ਦੇ ਵਿੱਚ ਇਹਨਾਂ ਦੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਨਹੀਂ ਰੁਕੇ, ਜਿਸ ਤੋਂ ਬਾਅਦ ਇਹਨਾਂ ਦੇ ਕੋਲੋਂ ਲੋਡਡ ਗਨ ਬਰਾਮਦ ਹੋਈ ਹੈ। ਬਾਕੀ ਵੀ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਸਰੀ ਮਾਊਂਟੀਜ਼ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਇੱਕ ਔਰਤ ਅਤੇ ਵਿਅਕਤੀ ਤੋਂ ਲੋਡਡ ਗਨ ਬਰਾਮਦ ਕੀਤੀ ਗਈ ਹੈ। ਇਹਨਾਂ ਨੂੰ ਨਿਊਟਨ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਦਰਅਸਲ ਨਿਊਟਨ ਦੇ ਵਿੱਚ ਇਹਨਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਕਾਰ ਨਹੀਂ ਰੁਕੀ ਅਤੇ ਉਹਨਾਂ ਕੋਲੋਂ ਲੋਡਡ ਗਨ ਬਰਾਮਦ ਹੋਈ ਹੈ। ਕਾਂਸਟੇਬਲ ਸਰਬਜੀਤ ਸੰਘਾ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪੁਲਿਸ ਦੇ 에ਅਰ 1 ਹੈਲੀਕਾਪਟਰ ਵੱਲੋਂ ਇਹਨਾਂ ਨੂੰ ਜਾਣੀ ਕਿ ਇਸ ਜੋੜੇ ਨੂੰ ਟਰੈਕ ਕੀਤਾ ਗਿਆ, ਜੋ ਕਿ ਸਕਾਟ ਰੋਡ ਦੇ 8200 ਬਲਾਕ ਦੇ ਵਿੱਚ ਅੰਡਰਗਰਾਉਂਡ ਪਾਰਕਿੰਗ ਦੇ ਵਿੱਚ ਸਨ। ਇਸ ਦੌਰਾਨ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਵੱਲੋਂ ਤੇਜ਼ ਰਫ਼ਤਾਰ ਦੇ ਨਾਲ ਆਪਣਾ ਵਾਹਨ ਭਜਾ ਲਿਆ ਗਿਆ। ਇਸ ਕਪਲ ਨੂੰ ਜਾਣੀ ਕਿ ਜੋੜੇ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਜਿਹੜੀ ਸਰੀ ਦੀ ਇਹ ਔਰਤ ਹੈ, ਇਹ ਕਈ ਚਾਰਜਸ ਦਾ ਸਾਹਮਣਾ ਕਰ ਰਹੀ ਹੈ, ਜੋ ਕਿ ਫਾਇਰਆਰਮ ਪੋਜੈਸ਼ਨ ਅਤੇ possessing drugs for purpose of trafficking ਦੇ ਨਾਲ ਜੁੜੇ ਹੋਏ ਹਨ। ਇਸ ਮਾਮਲੇ ਦੇ ਵਿੱਚ ਵਿਅਕਤੀ ਨੂੰ ਸ਼ਰਤ ਦੇ ਆਧਾਰ ਦੇ ਉੱਪਰ ਰਿਹਾ ਕੀਤਾ ਗਿਆ ਹੈ। ਉਸ ਦੇ ਉੱਪਰ ਅਜੇ ਕੋਈ ਚਾਰਜ ਨਹੀਂ ਲਗਾਏ ਗਏ। ਲੋਅਰ ਮੇਨਲੈਂਡ ਤੋਂ ਕਈ ਗੈਂਗ ਵਾਰ ਦੇ ਨਾਲ ਸੰਬੰਧਿਤ ਘਟਨਾਵਾਂ ਸਾਹਮਣੇ ਆਈਆਂ। ਹਾਲ ਹੀ ਦੇ ਵਿੱਚ ਬਰਨਬੀ ਅਤੇ ਵੈਨਕੂਵਰ 에ਅਰਪੋਰਟ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ। ਬ੍ਰਿਟਿਸ਼ ਕੋਲੰਬੀਆ ਪੁਲਿਸ ਵੱਲੋਂ ਇਸ ਸੰਬੰਧਿਤ ਆਪਣਾ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਪਿਛਲੇ ਹਫ਼ਤਿਆਂ ਦੇ ਵਿੱਚ 10 ਗੈਂਗ ਵਾਰ ਦੇ ਨਾਲ ਸੰਬੰਧਿਤ ਘਟਨਾਵਾਂ ਇੱਥੋਂ ਸਾਹਮਣੇ ਆਈਆਂ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਸੁਰੱਖਿਆ ਦੇ ਵਾਸਤੇ ਉਹਨਾਂ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਲੋਅਰ ਮੇਨਲੈਂਡ ਤੋਂ ਜੋ ਗੈਂਗ ਵਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਸ ਦੇ ਉੱਪਰ ਬ੍ਰਿਟਿਸ਼ ਕੋਲੰਬੀਆ ਪੁਲਿਸ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਉਹਨਾਂ ਨੇ ਕਿਹਾ ਕਿ ਪਬਲਿਕ ਦੀ ਜਾਣੀ ਕਿ ਆਮ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਉਹਨਾਂ ਵੱਲੋਂ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਇਸ ਹਫ਼ਤੇ ਗੈਂਗ ਵਾਰ ਦੇ ਨਾਲ ਸੰਬੰਧਿਤ 2 ਘਟਨਾਵਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਪੁਲਿਸ ਆਫੀਸ਼ੀਅਲਸ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਕਿਹਾ ਹੈ ਕਿ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਉਹਨਾਂ ਵੱਲੋਂ ਹਰ ਮੁਮਕਿਨ ਚੀਜ਼ ਕੀਤੀ ਜਾਵੇਗੀ। ਪਿਛਲੇ ਕੁਝ ਹਫ਼ਤਿਆਂ ਦੌਰਾਨ ਮੈਟਰੋ ਵੈਨਕੂਵਰ ਤੋਂ 10 ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਦਿਨ ਦਿਹਾੜੇ ਵਾਪਰੀਆਂ। ਇਹਨਾਂ ਵਿੱਚੋਂ 2 ਘਟਨਾਵਾਂ ਅਜਿਹੀਆਂ ਸਨ ਜਿਹੜੀਆਂ ਕਿ ਪਾਰਕਿੰਗ ਦੇ ਵਿੱਚ ਵਾਪਰੀਆਂ, ਜਿੱਥੇ ਕਾਫੀ ਜ਼ਿਆਦਾ ਵਾਹਨ ਸਨ। ਆਫੀਸ਼ੀਅਲਸ ਨੇ ਕਿਹਾ ਕਿ ਬਰਨਬੀ ਦੇ ਵਿੱਚ ਜੋ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ, ਜਿੱਥੇ 19 ਸਾਲਾ
ਟੋਨੀ ਡਲੀਪੀ ਨੂੰ ਮਾਰਿਆ ਗਿਆ। ਇਸ ਮਾਮਲੇ ਦੇ ਵਿੱਚ ਅਹਿਮਦ ਤਾਹੀਰ ਨੂੰ ਚਾਰਜ ਕੀਤਾ ਗਿਆ ਹੈ, ਜਿਸ ਦੇ ਉੱਪਰ ਫਰਸਟ ਡਿਗਰੀ ਮਰਡਰ ਦੇ ਚਾਰਜ ਲਗਾਏ ਗਏ ਨੇ। ਬਰਨਵੀ ਦੇ ਵਿੱਚ ਜੋ ਗੋਲੀਬਾਰੀ ਦੀ ਘਟਨਾ ਵਾਪਰੀ, ਇਸ ਦੇ ਵਿੱਚ ਦਲੀਪੀ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੈਂਕੂਵਰ ਦੇ 에ਅਰਪੋਰਟ ਦੇ ਉੱਪਰ ਜੋ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ, ਉਸ ਦੇ ਵਿੱਚ ਵੀ ਵਿਕਟਮ ਦੀ ਪਹਿਚਾਣ ਜਨਤਕ ਕੀਤੀ ਗਈ। ਇਸ ਦੇ ਵਿੱਚ ਵਿਕਟਮ ਦੀ ਪਹਿਚਾਣ ਕਰਮਨ ਗਰੇਵਾਲ, ਜਿਸ ਦੀ ਉਮਰ 28 ਸਾਲ ਦੱਸੀ ਗਈ, ਦੇ ਤੌਰ ਦੇ ਉੱਪਰ ਕੀਤੀ ਗਈ। ਆਫੀਸਰਸ ਨੇ ਇਹਨਾਂ ਦੋਹਾਂ ਘਟਨਾਵਾਂ ਨੂੰ ਗੈਂਗ ਕੌਨਫਲਿਕਟ ਜਾਣੀ ਕਿ ਗੈਂਗ ਵਾਰ ਦੇ ਨਾਲ ਜੋੜਿਆ ਹੈ। ਪੁਲਿਸ ਏਜੰਸੀਜ਼ ਵੱਲੋਂ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਜਾਣੀ ਕਿ ਇਹਨਾਂ ਦੋਹਾਂ ਮਾਮਲਿਆਂ ਦੇ ਸੰਬੰਧ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਇਹਨਾਂ ਗੈਂਗ ਕੌਨਫਲਿਕਟ ਦੇ ਵਿੱਚ ਕੁਝ ਮਾਮਲੇ ਅਜਿਹੇ ਸਨ ਜਿਨ੍ਹਾਂ ਦੇ ਸਸਪੈਕਟ ਪੁਲਿਸ ਨੂੰ ਜਾਣਕਾਰ ਸਨ। ਪੁਲਿਸ ਵੱਲੋਂ ਇਸ ਮੌਕੇ ਦੇ ਉੱਪਰ ਇਹੀ ਕਿਹਾ ਗਿਆ ਕਿ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਵਾਸਤੇ ਕਦਮ ਚੁੱਕੇ ਜਾਣਗੇ। ਓਨਟਾਰੀਓ ਤੋਂ ਰੋਜ਼ਾਨਾ 3000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਸਨ, ਪਰ ਅੱਜ ਕਰੋਨਾ ਵਾਇਰਸ ਦੇ ਇਹਨਾਂ ਮਾਮਲਿਆਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ, ਜਿੱਥੇ 3000 ਤੋਂ ਘੱਟ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਾਲ ਦੀ ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਨੇ ਤੇ ਕੀ ਹੈ ਕੇਸਿਸ ਓਵਰਵਿਊ। ਓਨਟਾਰੀਓ ਦੇ ਵਿੱਚ 7 ਹਫ਼ਤਿਆਂ ਦੌਰਾਨ ਪਹਿਲੀ ਵਾਰ ਕਰੋਨਾ ਵਾਇਰਸ ਦੇ ਘੱਟ ਮਾਮਲੇ ਸਾਹਮਣੇ ਆਏ ਹਨ। ਓਨਟਾਰੀਓ ਤੋਂ 2073 ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਅਤੇ ਨਾਲ ਹੀ 15 ਮੌਤਾਂ ਵੀ ਇਸ ਵਾਇਰਸ ਦੇ ਕਾਰਨ ਹੋਈਆਂ ਹਨ। ਮਿਨਿਸਟਰੀ ਆਫ ਹੈਲਥ ਦੇ ਮੁਤਾਬਕ ਇਸ ਸਮੇਂ ਹਸਪਤਾਲ ਦੇ ਵਿੱਚ 1782 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 802 ICU ਦੇ ਵਿੱਚ ਅਤੇ 568 ਵੈਂਟੀਲੇਟਰ ਦੇ ਉੱਪਰ ਨੇ। ਕਿਬੈਕ ਤੋਂ 660 ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 9 ਜਾਨਾਂ ਵੀ ਇਸ ਵਾਇਰਸ ਦੇ ਕਾਰਨ ਬੀਤੇ 24 ਘੰਟਿਆਂ ਦੌਰਾਨ ਚਲੀਆਂ ਗਈਆਂ। ਹੁਣ ਤੱਕ 3,59,456 ਦੇ ਕਰੀਬ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। 11,002 ਦੇ ਕਰੀਬ ਹੁਣ ਤੱਕ ਕਿਬੈਕ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 540 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 128 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਐਲਾਨ ਕੀਤਾ ਗਿਆ ਕਿ ਜਿਨ੍ਹਾਂ ਦੀ ਉਮਰ 24 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਉਹ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹਨ। ਇਹ ਅਪਾਇੰਟਮੈਂਟ ਆਨਲਾਈਨ ਜਾਂ ਫਿਰ ਕਾਲ ਦੇ ਉੱਪਰ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਿਸ ਦੇ ਵਾਸਤੇ 1844-626-8222 ਨੰਬਰ ਜਾਰੀ ਕੀਤਾ ਗਿਆ ਹੈ। ਕੈਨੇਡਾ ਤੋਂ ਹੁਣ ਤੱਕ 13 ਮਿਲੀਅਨ ਦੇ ਕਰੀਬ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 24,712 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 12 ਮਿਲੀਅਨ ਰਿਕਵਰਡ ਮਾਮਲੇ ਹਨ। ਅਮਰੀਕਾ ਦੇ 에ਅਰਪੋਰਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਯਾਤਰੀ ਦੇ ਬੈਗ ਦੇ ਵਿੱਚੋਂ ਪਾਥੀਆਂ ਬਰਾਮਦ ਕੀਤੀਆਂ ਗਈਆਂ। ਭਾਰਤੀ ਯਾਤਰੀ ਵੱਲੋਂ ਆਪਣੇ ਬੈਗ ਦੇ ਵਿੱਚ ਇਹਨਾਂ ਕਾਊ ਡੰਗ ਕੇਕਸ ਨੂੰ ਲੈ ਕੇ ਜਾਇਆ ਜਾ ਰਿਹਾ ਸੀ। ਜਦੋਂ ਚੈਕਿੰਗ ਕੀਤੀ ਗਈ ਤਾਂ ਜਿਹੜੇ ਉਸ ਸਮੇਂ ਅਧਿਕਾਰੀ ਮੌਜੂਦ ਸਨ, ਉਹਨਾਂ ਨੂੰ ਇਹ ਪਤਾ ਚੱਲਿਆ ਕਿ ਉਸਦੇ ਬੈਗ ਦੇ ਵਿੱਚ ਪਾਥੀਆਂ ਸਨ। ਅਮਰੀਕਾ ਦੇ 에ਅਰਪੋਰਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਾਰਤੀ ਯਾਤਰੀ ਦੇ ਬੈਗ ਦੇ ਵਿੱਚੋਂ ਕਾਊ ਡੰਗ ਕੇਕ ਬਰਾਮਦ ਹੋਏ ਹਨ। ਆਫੀਸ਼ੀਅਲਸ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਵਾਸ਼ਿੰਗਟਨ DC 에ਅਰਪੋਰਟ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਟਸ ਦੇ ਵੱਲੋਂ ਇੱਕ ਯਾਤਰੀ ਦੇ ਬੈਗ ਦੇ ਵਿੱਚੋਂ ਪਾਥੀਆਂ ਬਰਾਮਦ ਕੀਤੀਆਂ ਗਈਆਂ। ਅਮਰੀਕਾ ਦੇ ਵਿੱਚ ਕਾਊ ਡੰਗ ਕੇਕ ਲੈ ਕੇ ਜਾਣ ਦੇ ਲਈ ਮਨਾਹੀ ਹੈ, ਕਿਉਂਕਿ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ। US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਕਿਹਾ ਗਿਆ ਕਿ ਜੋ ਕਾਊ ਡੰਗ ਕੇਕਸ ਜਾਣੀ ਕਿ ਪਾਥੀਆਂ ਬਰਾਮਦ ਕੀਤੀਆਂ ਗਈਆਂ, ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। US ਡਿਪਾਰਟਮੈਂਟ ਆਫ ਐਗਰੀਕਲਚਰ ਦੇ ਮੁਤਾਬਕ ਇਹਨਾਂ ਪਾਥੀਆਂ ਦੇ ਨਾਲ ਮੂੰਹ ਖੁਰ ਦੀ ਬਿਮਾਰੀ ਜੋ ਜਾਨਵਰਾਂ ਦੇ ਵਿੱਚ ਪਾਈ ਜਾਂਦੀ ਹੈ, ਫੈਲਦੀ ਹੈ। ਇਸੇ ਦੇ ਚੱਲਦਿਆਂ ਅਮਰੀਕਾ ਵੱਲੋਂ ਇਸ ਦੇ ਉੱਪਰ ਰੋਕ ਲਗਾਈ ਗਈ ਹੈ। ਮੀਡੀਆ ਰਿਲੀਜ਼ ਦੇ ਵਿੱਚ ਦੱਸਿਆ ਗਿਆ ਕਿ ਯਾਤਰੀ ਦੇ ਬੈਗ ਦੇ ਵਿੱਚੋਂ 2 ਪਾਥੀਆਂ ਬਰਾਮਦ ਕੀਤੀਆਂ ਗਈਆਂ ਸਨ। ਇਹ ਉਦੋਂ ਪਤਾ ਚੱਲਿਆ ਜਦੋਂ ਇਨਸਪੈਕਸ਼ਨ ਕੀਤੀ ਗਈ ਕਿ ਇਸ ਯਾਤਰੀ ਦੇ ਬੈਗ ਦੇ ਵਿੱਚ ਕਾਊ ਡੰਗ ਕੇਕ ਹਨ। ਇੱਕ ਪੋਲ ਤੋਂ ਪਤਾ ਚੱਲਿਆ ਕਿ 80% ਕੈਨੇਡੀਅਨਸ ਅਜਿਹੇ ਨੇ ਜਿਹੜੇ ਯਾਤਰਾ ਦੇ ਵਾਸਤੇ ਜੋ ਵੈਕਸੀਨ ਪਾਸਪੋਰਟ ਹੈ ਉਸ ਦੀ ਮੰਗ ਕਰ ਰਹੇ ਹਨ। ਇੱਕ ਪੋਲ ਕਰਵਾਇਆ ਗਿਆ, ਜੋ ਆਨਲਾਈਨ ਪੋਲ ਕਰਵਾਇਆ ਗਿਆ ਸੀ, ਉਸ ਤੋਂ ਇਹ ਪਤਾ ਚੱਲਿਆ ਕਿ ਵੱਡੀ ਗਿਣਤੀ ਦੇ ਵਿੱਚ ਅਜਿਹੇ ਲੋਕ ਨੇ ਜਿਨ੍ਹਾਂ ਵੱਲੋਂ ਯਾਤਰਾ ਦੇ ਸੰਬੰਧੀ ਵੈਕਸੀਨ ਪਾਸਪੋਰਟ ਦੀ ਮੰਗ ਕੀਤੀ ਜਾ ਰਹੀ ਹੈ, ਜਾਣੀ ਕਿ ਇਸ ਨੂੰ ਸਪੋਰਟ ਕੀਤਾ ਜਾ ਰਿਹਾ ਹੈ।
ਪੋਲ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ 80% ਕੈਨੇਡੀਅਨਸ ਅਜਿਹੇ ਨੇ ਜਿਹੜੇ ਚਾਹੁੰਦੇ ਹਨ ਕਿ ਕੋਵਿਡ-19 ਵੈਕਸੀਨ ਪਾਸਪੋਰਟ ਲੈ ਕੇ ਆਂਦਾ ਜਾਵੇ। ਇਹ ਖੁਲਾਸਾ ਨਵੇਂ ਲੇਜਰ ਪੋਲ ਦੇ ਵਿੱਚ ਹੋਇਆ। ਇਹ ਸਰਵੇ ਆਨਲਾਈਨ ਕਰਵਾਇਆ ਗਿਆ, ਜਿਸ ਦੇ ਵਿੱਚ 1529 ਕੈਨੇਡੀਅਨਸ ਨੇ ਹਿੱਸਾ ਲਿਆ, ਜੋ ਕਿ ਮਈ 7 ਤੋਂ ਲੈ ਕੇ ਮਈ 19 ਦੇ ਵਿਚਕਾਰ ਕਰਵਾਇਆ ਗਿਆ ਸੀ। ਇਸ ਦੇ ਵਿੱਚ ਪਤਾ ਚੱਲਿਆ ਕਿ 10 ਵਿੱਚੋਂ 8 ਕੈਨੇਡੀਅਨਸ ਅਜਿਹੇ ਸਨ ਜਿਨ੍ਹਾਂ ਦੀ ਕੋਵਿਡ-19 ਵੈਕਸੀਨ ਲੱਗ ਚੁੱਕਿਆ ਜਾਂ ਫਿਰ ਉਹ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਹੁਣ ਤੱਕ ਕੈਨੇਡਾ ਦੇ ਵਿੱਚ 40% ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਘੱਟੋ-ਘੱਟ ਪਹਿਲਾ ਡੋਜ਼ ਲਗਾਇਆ ਜਾ ਚੁੱਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਦੇ ਵਿੱਚ 75% ਕੈਨੇਡੀਅਨਸ ਨੂੰ ਕੋਵਿਡ-19 ਵੈਕਸੀਨ ਦਾ ਸ਼ਾਟ ਲੱਗ ਜਾਵੇਗਾ ਤਾਂ ਫਿਰ ਪਾਬੰਦੀਆਂ ਨੂੰ ਹਟਾਇਆ ਜਾਵੇਗਾ, ਯਾਨੀ ਕਿ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਕਈਆਂ ਦੇ ਮਨਾਂ ਦੇ ਵਿੱਚ ਸ਼ੰਕਾ ਹੈ। ਉਹ ਇਸ ਕਰਕੇ ਕਿਉਂਕਿ ਐਸਟ੍ਰਾਜੈਨੇਕਾ ਤੇ ਜੌਨਸਨ ਐਂਡ ਜੌਨਸਨ ਵੈਕਸੀਨ ਦੇ ਨਾਲ ਬਲੱਡ ਕਲੌਟ ਵਰਗੇ ਮਾਮਲੇ ਜੁੜੇ ਹੋਏ ਹਨ। ਅਪ੍ਰੈਲ 23 ਨੂੰ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕਾਂ ਨੂੰ ਕਰੋਨਾ ਵਾਇਰਸ ਦਾ ਘੱਟ ਰਿਸਕ ਹੈ ਉਹ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦਾ ਇੰਤਜ਼ਾਰ ਕਰ ਸਕਦੇ ਹਨ, ਇਸ ਦੀ ਬਜਾਏ ਕਿ ਉਹ ਜਲਦ ਐਸਟ੍ਰਾਜੈਨੇਕਾ ਟੀਕਾ ਲਗਵਾ ਲੈਣ। ਉਨ੍ਹਾਂ ਨੇ ਜੌਨਸਨ ਐਂਡ ਜੌਨਸਨ ਟੀਕੇ ਦੇ ਬਾਰੇ ਵੀ ਇਹੀ ਗੱਲ ਮਈ 3 ਨੂੰ ਦੁਹਰਾਈ ਸੀ। ਇਸ ਸਰਵੇ ਦੇ ਵਿੱਚ ਪਤਾ ਚੱਲਿਆ ਕਿ 10 ਵਿੱਚੋਂ 8 ਅਜਿਹੇ ਲੋਕ ਸਨ ਜਿਨ੍ਹਾਂ ਨੂੰ ਫਾਈਜ਼ਰ ਬਾਇਓਟੈਕ ਅਤੇ ਮੋਡਰਨਾ ਵੈਕਸੀਨ ਦੇ ਉੱਪਰ ਭਰੋਸਾ ਹੈ। ਇਸ ਪੋਲ ਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ 3/4 ਕੈਨੇਡੀਅਨਸ ਅਜਿਹੇ ਨੇ ਜਿਹੜੇ ਵੈਕਸੀਨ ਪਾਸਪੋਰਟ ਦੀ ਮੰਗ ਕਰ ਰਹੇ ਹਨ। ਅਲਬਰਟਾ ਤੋਂ ਇਸ ਵੈਕਸੀਨ ਪਾਸਪੋਰਟ ਦੇ ਲਈ ਘੱਟ ਸਪੋਰਟ ਮਿਲ ਰਹੀ ਹੈ, ਜਿੱਥੇ ਸਿਰਫ 50% ਲੋਕ ਹੀ ਅਜਿਹੇ ਨੇ ਜੋ ਇਹ ਚੀਜ਼ ਜਾਣੀ ਕਿ ਵੈਕਸੀਨ ਪਾਸਪੋਰਟ ਚਾਹੁੰਦੇ ਹਨ। ਅਪ੍ਰੈਲ ਮਹੀਨੇ ਦੇ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਕੈਨੇਡਾ ਦੀ ਬੇਰੁਜ਼ਗਾਰੀ ਦਰ ਦੇ ਵਿੱਚ ਵੀ ਵਾਧਾ ਹੋਇਆ ਹੈ। ਅਜਿਹੇ ਕਈ ਲੋਕ ਸਨ ਜਿਨ੍ਹਾਂ ਵੱਲੋਂ ਆਪਣੀਆਂ ਨੌਕਰੀਆਂ ਕਰੋਨਾ ਵਾਇਰਸ ਦੇ ਚੱਲਦਿਆਂ ਗਵਾਈਆਂ ਗਈਆਂ। ਉਹਨਾਂ ਨੇ ਦੱਸਿਆ ਕਿ ਕਿਸ ਖੇਤਰ ਦੇ ਵਿੱਚ ਸਭ ਤੋਂ ਵੱਧ ਘਾਟਾ ਦੇਖਣ ਨੂੰ ਮਿਲਿਆ। ਇਹ ਖੇਤਰ ਹੌਸਪਿਟੈਲਿਟੀ ਸੈਕਟਰ ਰਿਹਾ ਹੈ। ਬਾਕੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਇੰਪਲੋਇਮੈਂਟ ਜਾਣੀ ਕਿ ਰੋਜ਼ਗਾਰ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦਾ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਹ ਦੱਸਿਆ ਗਿਆ। ਅਪ੍ਰੈਲ 2021 ਦੇ ਦੌਰਾਨ ਅਨਇੰਪਲੋਇਮੈਂਟ ਰੇਟ ਜਾਣੀ ਕਿ ਬੇਰੁਜ਼ਗਾਰੀ ਦਰ 8% ਵੱਧ ਹੋਈ ਹੈ। ਇਸ ਸੰਬੰਧੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਅਪ੍ਰੈਲ 11 ਤੋਂ ਲੈ ਕੇ ਅਪ੍ਰੈਲ 17 ਤੱਕ ਕੈਨੇਡਾ ਦੀ ਲੇਬਰ ਮਾਰਕੀਟ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਕਾਰਨ ਅਜੇ ਵੀ ਸਖਤੀਆਂ ਜਾਰੀ ਹਨ। ਓਨਟਾਰੀਓ ਦੇ ਵਿੱਚ ਇਸ ਸਮੇਂ ਸਟੇ ਐਟ ਹੋਮ ਆਰਡਰ ਜਾਰੀ ਹਨ। ਕਿਊਬੈਕ ਦੇ ਵਿੱਚ ਇਸ ਸਭ ਦੇ ਚੱਲਦਿਆਂ ਕਰਫਿਊ ਲਗਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਸਖਤੀਆਂ ਨੇ, ਜਿੱਥੇ ਰੈਸਟੋਰੈਂਟ, ਬਾਰ ਅਤੇ ਇੰਡੋਰ ਡਾਈਨਿੰਗ ਨੂੰ ਬੰਦ ਕੀਤਾ ਗਿਆ ਹੈ। ਅਪ੍ਰੈਲ ਮਹੀਨੇ ਉਹਨਾਂ ਵਰਕਰਸ ਦੀ ਗਿਣਤੀ 2,88,000 ਦੇ ਨਾਲ ਵੱਧ ਹੋਈ ਹੈ, ਜਿਨ੍ਹਾਂ ਵੱਲੋਂ ਆਪਣੇ ਆਮ ਘੰਟਿਆਂ ਦੇ ਨਾਲੋਂ ਘੱਟ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਹੜੇ ਲੋਕ ਘਰਾਂ ਤੋਂ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ। ਜ਼ਿਆਦਾਤਰ ਇੰਪਲੋਇਮੈਂਟ ਜਾਣੀ ਕਿ ਰੁਜ਼ਗਾਰ 3 ਪ੍ਰਾਈਵੇਟ ਸੈਕਟਰ ਇੰਡਸਟਰੀ ਦੇ ਵਿੱਚ ਘੱਟ ਹੋਇਆ, ਜੋ ਕਿ ਰੀਟੇਲ, ਟ੍ਰੇਡ, ਅਕੋਮੋਡੇਸ਼ਨ ਅਤੇ ਫੂਡ ਸਰਵਿਸ, ਇਨਫੋਰਮੇਸ਼ਨ, ਕਲਚਰ ਐਂਡ ਰੀਕ੍ਰੀਏਸ਼ਨ ਦੇ ਨਾਲ ਜੁੜੀ ਹੋਈ ਹੈ। ਸਿਹਤ ਦੇ ਨਾਲ ਸੰਬੰਧਿਤ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦਾ ਸਭ ਤੋਂ ਵੱਧ ਪ੍ਰਭਾਵ ਇਹਨਾਂ 3 ਇੰਡਸਟਰੀ ਦੇ ਉੱਪਰ ਦੇਖਣ ਨੂੰ ਮਿਲਿਆ। ਅਪ੍ਰੈਲ ਮਹੀਨੇ ਫੂਡ ਸਰਵਿਸ ਇੰਡਸਟਰੀ ਦੇ ਵਿੱਚ 59,000 ਨੌਕਰੀਆਂ ਚਲੀਆਂ ਗਈਆਂ। ਇਸ ਦੇ ਵਿੱਚ ਜ਼ਿਆਦਾਤਰ ਗਿਣਤੀ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਹੈ। ਇਸ ਪਿੱਛੇ ਇਹ ਵੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਪ੍ਰੋਵਿੰਸ ਦੇ ਵਿੱਚ ਇੱਕ ਵਾਰ ਫਿਰ ਤੋਂ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਰੈਸਟੋਰੈਂਟ ਅਤੇ ਬਾਰ ਨੂੰ ਬੰਦ ਕੀਤਾ ਗਿਆ ਹੈ। ਡਾਕਟਰ ਬੋਨੀ ਹੈਨਰੀ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਦੋਂ ਕਰੋਨਾ ਵਾਇਰਸ ਦੀਆਂ ਪਾਬੰਦੀਆਂ ਹਟਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਪ੍ਰੋਵਿੰਸ ਦੇ ਵਿੱਚ ਸਾਰੇ ਖੇਤਰਾਂ 'ਚ ਇੱਕੋ ਸਮੇਂ ਦੇ ਉੱਪਰ ਪਾਬੰਦੀਆਂ ਹਟਾਈਆਂ ਜਾਣਗੀਆਂ। ਇਹ ਕਦਮ ਉਹਨਾਂ ਵੱਲੋਂ ਇਸ ਕਰਕੇ ਚੁੱਕਿਆ ਜਾ ਰਿਹਾ ਤਾਂ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾਵੇ ਅਤੇ ਇਸ ਨੂੰ ਕਾਬੂ ਦੇ ਵਿੱਚ ਰੱਖਿਆ ਜਾਵੇ। ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਪੂਰੇ ਪ੍ਰੋਵਿੰਸ ਦੇ ਵਿੱਚ ਇੱਕੋ ਸਮੇਂ ਕਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਹਟਾਇਆ ਜਾਵੇਗਾ। ਉਹਨਾਂ ਕਿਹਾ ਕਿ ਪ੍ਰੋਵਿੰਸ ਦੇ ਵਿੱਚ
ਕਰੋਨਾ ਮਾਮਲਿਆਂ ਦੀ ਰਫ਼ਤਾਰ ਘੱਟ ਹੈ, ਪਰ ਹਸਪਤਾਲ ਦੇ ਵਿੱਚ ਅਜੇ ਵੀ ਮਾਮਲੇ ਕਾਫੀ ਜ਼ਿਆਦਾ ਹਨ। ਉਹਨਾਂ ਨੇ ਕਿਹਾ ਜੋ ਪਹਿਲਾਂ ਪਾਬੰਦੀਆਂ ਹਟਾਉਣ ਦਾ ਤਰੀਕਾ ਸੀ ਉਹ ਕੰਮ ਨਹੀਂ ਕਰ ਸਕਿਆ, ਕਿਉਂਕਿ ਉਦੋਂ ਖੇਤਰ ਦੇ ਅਨੁਸਾਰ ਪਾਬੰਦੀਆਂ ਨੂੰ ਹਟਾਇਆ ਗਿਆ ਸੀ, ਪਰ ਇਸ ਦੇ ਨਾਲ ਕਰੋਨਾ ਮਾਮਲਿਆਂ ਦੇ ਵਿੱਚ ਗਿਰਾਵਟ ਨਹੀਂ ਆਈ, ਕਿਉਂਕਿ ਲੋਕਾਂ ਵੱਲੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਯਾਤਰਾ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਅਸੀਂ ਨੋਵਾ ਸਕੋਸ਼ੀਆ ਦੇ ਨਿਯਮਾਂ ਦੀ ਪਾਲਣਾ ਕਰਾਂਗੇ। ਜਿਸ ਤਰ੍ਹਾਂ ਉਹਨਾਂ ਵੱਲੋਂ ਜ਼ਿਆਦਾਤਰ ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਗਈ, ਜਿਸ ਦੇ ਨਾਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਇੰਡੋਰ ਡਾਈਨਿੰਗ ਦੀ ਇਜਾਜ਼ਤ ਦਿੱਤੀ ਹੈ। ਅਜਿਹਾ ਹੀ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਕੀਤਾ ਜਾਵੇਗਾ। ਡਾਕਟਰ ਹੈਨਰੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਰੈਸਟੋਰੈਂਟ ਕਾਫੀ ਜ਼ਿਆਦਾ ਜ਼ਰੂਰੀ ਨੇ, ਪਰ ਇਸ ਮੌਕੇ ਇਹ ਵੀ ਜ਼ਰੂਰੀ ਹੈ ਕਿ ਅਸੀਂ ਸੁਰੱਖਿਆ ਵੱਲ ਵਧੇਰੇ ਧਿਆਨ ਦਈਏ। ਜਿਹੜੇ ਲੋਕ ਕੋਵਿਡ-19 ਵੈਕਸੀਨ ਦੇ 2 ਡੋਜ਼ ਵੀ ਲਗਵਾ ਚੁੱਕੇ ਹਨ, ਉਹ ਅਜੇ ਵੀ ਪੋਸਟ ਪੈਂਡੈਮਿਕ ਐਕਟੀਵਿਟੀਜ਼ ਇੱਕ ਦੂਸਰੇ ਦੇ ਨਾਲ ਨਹੀਂ ਕਰ ਸਕਦੇ, ਕਿਉਂਕਿ ਟੀਕੇ ਦੇ ਨਾਲ 100% ਦੀ ਸੁਰੱਖਿਆ ਪ੍ਰਦਾਨ ਨਹੀਂ ਹੁੰਦੀ, ਜਾਣੀ ਕਿ ਇਹ ਟੀਕਾ ਕਰੋਨਾ ਵਾਇਰਸ ਦੇ ਖਿਲਾਫ 100% ਦੀ ਪ੍ਰੋਟੈਕਸ਼ਨ ਨਹੀਂ ਦਿੰਦਾ। ਉਹਨਾਂ ਨਾਲ ਹੀ ਅਪੀਲ ਕੀਤੀ ਕਿ ਜਿਹੜੇ ਵੀ ਕੋਵਿਡ-19 ਵੈਕਸੀਨੇਸ਼ਨ ਦੇ ਪਲਾਨ ਦੇ ਵਾਸਤੇ ਐਲੀਜੀਬਲ ਹਨ, ਜਾਣੀ ਕਿ ਯੋਗ ਹਨ, ਉਹ ਆਪਣੀ ਅਪਾਇੰਟਮੈਂਟ ਜ਼ਰੂਰ ਬੁੱਕ ਕਰਵਾਉਣ। ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਵਿੰਸ ਦੇ ਲਈ 12 ਤੋਂ 17 ਸਾਲ ਦੇ ਬੱਚਿਆਂ ਦੇ ਵੈਕਸੀਨੇਸ਼ਨ ਪਲਾਨ ਦਾ ਵੀ ਐਲਾਨ ਕੀਤਾ ਜਾਵੇਗਾ। ਓਨਟਾਰੀਓ ਤੋਂ ਕਰੋਨਾ ਵੈਕਸੀਨ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਹੁਣ 2 ਵੈਕਸੀਨ ਮਿਕਸ ਕਰਕੇ ਲਗਾਏ ਜਾਣਗੇ। ਉਦਾਹਰਨ ਦੇ ਤੌਰ ਦੇ ਉੱਪਰ ਜੇਕਰ ਕਿਸੇ ਨੂੰ ਐਸਟ੍ਰਾਜੈਨੇਕਾ ਟੀਕਾ ਲੱਗਿਆ ਹੋਇਆ ਹੈ ਤੇ ਦੂਸਰਾ ਵੈਕਸੀਨ ਕਿਸੇ ਹੋਰ ਕੰਪਨੀ ਦਾ ਉਸ ਨੂੰ ਲਗਾਇਆ ਜਾਵੇਗਾ। ਓਨਟਾਰੀਓ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਇੱਕ ਕਦਮ ਚੁੱਕਿਆ ਜਾ ਰਿਹਾ ਹੈ, ਜਿੱਥੇ ਉਹਨਾਂ ਵੱਲੋਂ ਫਰਸਟ ਅਤੇ ਸੈਕੰਡ ਜਾਣੀ ਕਿ ਪਹਿਲੀ ਅਤੇ ਦੂਜੀ ਵੈਕਸੀਨ ਡੋਜ਼ ਨੂੰ ਮਿਲਾ ਕੇ ਦਿੱਤਾ ਜਾਵੇਗਾ। ਜੀ ਹਾਂ, ਓਨਟਾਰੀਓ ਵੱਲੋਂ ਅਜਿਹਾ ਕੀਤਾ ਜਾ ਸਕਦਾ ਹੈ ਜਿੱਥੇ ਕੋਵਿਡ-19 ਵੈਕਸੀਨ ਦੀਆਂ ਡੋਜ਼ ਨੂੰ ਮਿਕਸ ਕੀਤਾ ਜਾਵੇਗਾ। ਪ੍ਰੋਵਿੰਸ ਵੱਲੋਂ ਇਹ ਕਿਹਾ ਗਿਆ ਕਿ ਵੈਕਸੀਨ ਡੋਜ਼ ਦੀ ਸਪਲਾਈ ਦੇ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ, ਜਾਣੀ ਕਿ ਇਸ ਬਾਰੇ ਸਪਸ਼ਟਤਾ ਨਹੀਂ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਜਾ ਸਕਦਾ ਹੈ। ਸਿਹਤ ਮੰਤਰੀ ਵੱਲੋਂ ਵੀ ਇਸ ਸੰਬੰਧੀ ਅਪਡੇਟ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਐਸਟ੍ਰਾਜੈਨੇਕਾ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਹੈ, ਹੋ ਸਕਦਾ ਹੈ ਕਿ ਉਹਨਾਂ ਨੂੰ ਕਿਸੇ ਹੋਰ ਵੈਕਸੀਨ ਦੀ ਦੂਸਰੀ ਡੋਜ਼ ਦਿੱਤੀ ਜਾਵੇ। ਇਸ ਪਿੱਛੇ ਇੱਕ ਹੋਰ ਕਾਰਨ ਮੰਨਿਆ ਜਾ ਰਿਹਾ ਹੈ, ਐਸਟ੍ਰਾਜੈਨੇਕਾ ਵੈਕਸੀਨ ਵੱਲੋਂ ਆਪਣੀ ਸਪਲਾਈ ਘੱਟ ਕੀਤੀ ਗਈ ਹੈ। ਓਨਟਾਰੀਓ ਵੱਲੋਂ ਇਸ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਹ ਫੈਸਲਾ ਕੀਤਾ ਜਾ ਰਿਹਾ ਹੈ। ਕਿਊਬੈਕ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਸਪਲਾਈ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਵੱਲੋਂ ਵੀ ਵੈਕਸੀਨ ਨੂੰ ਮਿਲਾ ਕੇ, ਜਾਣੀ ਕਿ ਮਿਕਸ ਕਰਕੇ ਵਰਤਿਆ ਜਾਵੇਗਾ। ਕਿਊਬੈਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਾਈਜ਼ਰ ਬਾਇਓਟੈਕ ਵੈਕਸੀਨ ਤੋਂ ਬਾਅਦ ਦੂਸਰਾ ਸ਼ਾਟ ਮੋਡਰਨਾ ਦਾ ਦਿੱਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਮਿਨਿਸਟਰ ਆਫ ਲੇਬਰ ਹੈਰੀ ਬੈਂਸ ਵੱਲੋਂ ਇੱਕ ਕਰਮਚਾਰੀਆਂ ਦੇ ਬਾਰੇ ਵਿੱਚ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਪੇਡ ਲੀਵ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਦੱਸਿਆ ਗਿਆ ਹੈ ਕਿ ਕਰਮਚਾਰੀਆਂ ਨੂੰ ਇਸ ਦੇ ਨਾਲ ਕਿਸ ਤਰ੍ਹਾਂ ਫਾਇਦਾ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਲੇਬਰ ਮਿਨਿਸਟਰ ਹੈਰੀ ਬੈਂਸ ਵੱਲੋਂ ਟੈਂਪਰੇਰੀ ਸਿਕ ਪੇ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਹ ਸ਼ਾਰਟ ਟਰਮ ਪ੍ਰੋਗਰਾਮ ਉਹਨਾਂ ਦੇ ਵਾਸਤੇ ਸ਼ੁਰੂ ਕੀਤਾ ਜਾ ਰਿਹਾ ਹੈ ਜਿਹੜੇ ਕਿ EMPLOYEES ਨੂੰ ਕੋਵਿਡ-19 ਵਾਇਰਸ ਦੇ ਸਿੰਪਟਮ ਆਉਂਦੇ ਹਨ, ਆਪਣੇ ਆਪ ਨੂੰ ਜੋ ਆਈਸੋਲੇਟ ਕਰਨਾ ਚਾਹੁੰਦੇ ਹਨ। ਇਹ ਪ੍ਰੋਗਰਾਮ 2 ਚੀਜ਼ਾਂ ਦੇ ਵਿਚਕਾਰ ਬ੍ਰਿਜ ਦਾ ਕੰਮ ਕਰੇਗਾ, ਜਾਣੀ ਕਿ ਜਦੋਂ ਕੰਮ ਕਰਨ ਵਾਲਾ ਕਰਮਚਾਰੀ ਕਰੋਨਾ ਵਾਇਰਸ ਦੇ ਕਾਰਨ ਸ਼ੁਰੂਆਤੀ ਸਮੇਂ ਦੌਰਾਨ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਦਾ ਹੈ ਤੇ ਉਹ ਫੈਡਰਲ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਤੱਕ ਆਪਣੀ ਪਹੁੰਚ ਬਣਾਏਗਾ। ਇਹਨਾਂ ਦੋਹਾਂ ਦੇ ਵਿਚਕਾਰ ਇਹ ਪੇ ਪ੍ਰੋਗਰਾਮ ਇੱਕ ਬ੍ਰਿਜ ਦਾ ਕੰਮ ਕਰੇਗਾ। ਇਸ ਦੀ ਸ਼ੁਰੂਆਤ ਫੁੱਲ ਟਾਈਮ ਅਤੇ ਪਾਰਟ ਟਾਈਮ ਕਰਮਚਾਰੀ ਦੋਹਾਂ ਦੇ ਵਾਸਤੇ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ 3 ਦਿਨਾਂ ਦੇ ਵਾਸਤੇ ਹੋਵੇਗਾ, ਜੋ ਕਿ 2021 ਦੇ ਆਖਿਰ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ 2022 ਦੇ ਵਿੱਚ ਪਰਮਾਨੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਸਹਾਇਤਾ ਮਿਲੇਗੀ, ਜਿਸ ਦੇ ਨਾਲ ਉਹਨਾਂ ਨੂੰ 3 ਦਿਨ ਦੇ ਵਾਸਤੇ ਪੇਡ ਲੀਵ ਦਿੱਤੀ ਜਾਵੇਗੀ। ਬੈਂਸ ਵੱਲੋਂ ਦੱਸਿਆ ਗਿਆ ਕਿ ਪਰਮਾਨੈਂਟ ਪ੍ਰੋਗਰਾਮ ਦੀ ਸ਼ੁਰੂਆਤ ਜਨਵਰੀ 1, 2022 ਤੋਂ ਕੀਤੀ ਜਾਵੇਗੀ। ਇਸ ਪੇਡ ਸਿਕ ਲੀਵ ਪ੍ਰੋਗਰਾਮ ਦੇ ਤਹਿਤ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇਗੀ, ਜਾਣੀ ਕਿ ਉਹਨਾਂ ਨੂੰ $200 ਪਰ ਡੇ ਦਿੱਤੇ ਜਾਣਗੇ। ਨਿਊਯਾਰਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 4 ਸਾਲ ਦੇ ਬੱਚੇ ਵੱਲੋਂ ਵੱਡਾ ਘਾਟਾ ਪਵਾਇਆ ਗਿਆ। ਐਮਾਜ਼ਨ ਤੋਂ ਇਸ ਵੱਲੋਂ $2,600 ਦੇ ਸਪੌਂਜ ਬੌਬ ਪੌਪਸਿਕਲ ਮੰਗਵਾਏ ਗਏ,
ਜਿਸ ਤੋਂ ਬਾਅਦ ਜਾਣਕਾਰੀ ਉਸਦੀ ਮਾਂ ਵੱਲੋਂ ਸਾਂਝੀ ਕੀਤੀ ਗਈ ਹੈ। Amazon ਵੱਲੋਂ ਇਹਨਾਂ ਨੂੰ ਵਾਪਸ ਲੈਣ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਕਾਫੀ ਜ਼ਿਆਦਾ ਇਸ ਦੇ ਵਿੱਚੋਂ ਪੌਪਸਿਕਲ ਮੈਲਟ ਹੋ ਚੁੱਕੇ ਸਨ। ਇਸ ਦੇ ਵਾਸਤੇ ਹੁਣ GoFundMe ਚਲਾਇਆ ਜਾ ਰਿਹਾ ਹੈ। ਇੱਕ 4 ਸਾਲਾ ਬੱਚੇ ਵੱਲੋਂ Amazon ਤੋਂ $2,600 ਦੇ ਨਾਲ ਸਪੌਂਜ ਬੌਬ ਪੌਪਸਿਕਲਸ ਖਰੀਦੇ ਗਏ। ਅਕਸਰ ਹੀ ਆਮ ਤੌਰ ਦੇ ਉੱਪਰ ਇਹ ਦੇਖਣ 'ਚ ਆਉਂਦਾ ਹੈ ਕਿ ਜਦੋਂ ਕਦੇ ਵੀ ਆਈਸਕ੍ਰੀਮ ਵਾਲਾ ਟਰੱਕ ਨੇੜਿਓਂ ਲੰਘਦਾ ਹੈ ਤਾਂ ਬੱਚੇ ਉਸ ਨੂੰ ਲੈਣ ਦੇ ਵਾਸਤੇ ਜ਼ਿੱਦ ਕਰਦੇ ਹਨ। ਮਾਂ-ਬਾਪ ਤੋਂ ਇਸ ਆਈਸਕ੍ਰੀਮ ਦੇ ਵਾਸਤੇ ਪੈਸੇ ਦੀ ਮੰਗ ਕਰਦੇ ਹਨ। ਪਰ ਜੋ ਇਸ 4 ਸਾਲਾ ਬੱਚੇ ਨੇ ਕੀਤਾ ਇਹ ਹੈਰਾਨ ਕਰਨ ਵਾਲਾ ਸੀ। ਇਸ ਬੱਚੇ ਵੱਲੋਂ $2,600 ਦੀ ਕੀਮਤ ਵਾਲੇ ਸਪੌਂਜ ਬੌਬ ਸਕੁਆਇਰ ਪੈਂਟ ਪੌਪਸਿਕਲਸ Amazon ਤੋਂ ਆਰਡਰ ਕੀਤੇ ਗਏ। ਇਹ ਮਾਮਲਾ ਨਿਊਯਾਰਕ ਦੇ ਨਾਲ ਸੰਬੰਧਿਤ ਹੈ। ਜਿਸ ਬੱਚੇ ਵੱਲੋਂ ਅਜਿਹਾ ਕੀਤਾ ਗਿਆ ਉਸ ਦਾ ਨਾਮ ਨੋਆ ਹੈ। ਉਸ ਵੱਲੋਂ Amazon ਤੋਂ 918 ਕੁੱਲ ਪੌਪਸਿਕਲ ਆਰਡਰ ਕੀਤੇ ਗਏ, ਜਿਨ੍ਹਾਂ ਦੀ ਕੀਮਤ ਇੱਕ ਕੇਸ ਦੇ ਅਨੁਸਾਰ $51 ਬਣਦੀ ਹੈ ਤੇ ਇਸ ਸਾਰੇ ਪੌਪਸਿਕਲਸ ਦੀ ਕੁੱਲ ਕੀਮਤ $2,618.85 ਬਣਦੀ ਹੈ। ਨੋਆ ਦੀ ਮਾਂ ਨੇ ਕਿਹਾ ਕਿ Amazon ਵੱਲੋਂ ਇਹਨਾਂ ਪੌਪਸਿਕਲਸ ਨੂੰ ਵਾਪਸ ਲੈਣ ਦੇ ਵਾਸਤੇ ਮਨਾ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਮੈਲਟ ਜਾਣੀ ਕਿ ਪਿਘਲ ਚੁੱਕੀਆਂ ਸਨ। ਉਸ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਸ ਸੰਬੰਧੀ ਆਪਣੀ ਪੋਸਟ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਕਈਆਂ ਵੱਲੋਂ GoFundMe ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਹੁਣ ਤੱਕ 470 ਡੋਨਰਸ ਦੇ ਵੱਲੋਂ ਇਸ ਦੇ ਵਾਸਤੇ $12,000 ਦਾ ਯੋਗਦਾਨ ਪਾਇਆ ਗਿਆ ਤਾਂ ਕਿ ਜਿਹੜੇ ਐਕਸਪੈਂਸਿਸ ਨੇ ਉਹਨਾਂ ਨੂੰ ਕਵਰ ਕੀਤਾ ਜਾ ਸਕੇ। ontario ਵੱਲੋਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਟੈਕ ਵਰਕਰਸ ਅਤੇ ਹੈਲਥ ਵਰਕਰਸ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ontario ਵੱਲੋਂ ਮਈ 11 ਨੂੰ ਇਹ ਡਰਾਅ ਕੱਢਿਆ ਗਿਆ, ਜਿਸ ਦੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ontario ਵੱਲੋਂ ਆਪਣੀ PNP ਡਰਾਅ ਦੇ ਵਿੱਚ ਹੈਲਥ ਕੇਅਰ ਅਤੇ ਟ੍ਰੇਡਸ ਵਰਕਰ ਨੂੰ ਸੱਦੇ ਜਾਰੀ ਕੀਤੇ ਗਏ। ontario ਦੇ ਵਿੱਚ ਨਵੇਂ ਇਮੀਗ੍ਰੇਸ਼ਨ ਇਨਟੇਕ ਸਿਸਟਮ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਇੰਪਲੋਇਰ ਜੌਬ ਆਫਰ ਡਰਾਅ ਦਾ ਐਲਾਨ ਕੀਤਾ ਗਿਆ ਹੈ। ਜਿਹੜੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਉਹਨਾਂ ਦੇ ਕੋਲ 23 ਆਕਿਊਪੇਸ਼ਨਸ ਦੇ ਵਿੱਚੋਂ ਕਿਸੇ ਇੱਕ ਦਾ ਤਜਰਬਾ ਸੀ। ਇਹ ਡਰਾਅ ਮਈ 11 ਨੂੰ ਕੱਢਿਆ ਗਿਆ, ਜਿੱਥੇ ontario ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਜਿਨ੍ਹਾਂ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਪੂਲ ਦੇ ਵਿੱਚ ਪ੍ਰੋਫਾਈਲ ਸੀ। ਇਸ ਦੇ ਵਾਸਤੇ ਉਮੀਦਵਾਰਾਂ ਨੂੰ ਘੱਟੋ-ਘੱਟ 31 EOI ਸਕੋਰਸ ਦੀ ਜ਼ਰੂਰਤ ਸੀ। ਨਾਲ ਹੀ ਉਹਨਾਂ ਦੇ ਵਾਸਤੇ ਜ਼ਰੂਰੀ ਸੀ ਕਿ 15 ਹੈਲਥ ਕੇਅਰ ਆਕਿਊਪੇਸ਼ਨਸ ਦੇ ਵਿੱਚੋਂ ਕਿਸੇ ਇੱਕ ਦਾ ਜੌਬ ਆਫਰ ਹੋਵੇ। ਇਸ ਸਾਲ ਦੇ ਵਿੱਚ ontario ਵੱਲੋਂ ਕਈ PNP ਡਰਾਅ ਕੱਢੇ ਜਾ ਚੁੱਕੇ ਹਨ, ਜਿਨ੍ਹਾਂ ਦੇ ਅਧੀਨ ਕਈ ਉਮੀਦਵਾਰਾਂ ਨੂੰ ਜਾਣੀ ਕਿ ਕੈਂਡੀਡੇਟਸ ਨੂੰ ਇਨਵੀਟੇਸ਼ਨ ਮਿਲੇ ਹਨ। ਜੋ ਤਾਜ਼ਾ ਡਰਾਅ ontario ਵੱਲੋਂ ਐਲਾਨ ਕੀਤਾ ਗਿਆ, ਇਸ ਦੇ ਤਹਿਤ ਕਈ ਹੈਲਥ ਕੇਅਰ ਅਤੇ ਟ੍ਰੇਡਸ ਵਰਕਰਸ ਦੀ ਕਿਸਮਤ ਚਾਕੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਦਾ ਕੈਨੇਡਾ 'ਚੋਂ ਪਾਬੰਦੀਆਂ ਹਟਾਉਣ ਬਾਰੇ ਐਲਾਨ। ਟਰੂਡੋ ਨੇ ਦੱਸਿਆ ਕਦੋਂ ਹਟਣਗੀਆਂ ਪਾਬੰਦੀਆਂ। ਐਲਬਰਟਾ ਬੰਦ ਕਰੇਗਾ ਐਸਟ੍ਰਾਜੈਨੇਕਾ ਟੀਕਾ ਲਗਾਉਣਾ। ਟੀਕਾ ਬੰਦ ਕਰਨ ਪਿੱਛੇ 2 ਕਾਰਨ ਆਏ ਸਾਹਮਣੇ। ਸਰੀ ਪੁਲਿਸ ਨੇ ਲੋਡ ਹੋਈ ਗਨ ਕੀਤੀ ਬਰਾਮਦ। ਇਸ ਮਾਮਲੇ ਦੇ ਵਿੱਚ ਜੋੜਾ ਕੀਤਾ ਗ੍ਰਿਫਤਾਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੱਲ ਰਹੀ ਗੈਂਗ ਵਾਰ ਦੇ ਉੱਪਰ ਪੁਲਿਸ ਦਾ ਬਿਆਨ। BC ਵਾਸੀਆਂ ਦੀ ਭਲਾਈ ਦੇ ਲਈ ਕਦਮ ਚੁੱਕਣ ਦਾ ਦਾਅਵਾ। ਕੈਨੇਡਾ ਦੀ ਕੋਰੋਨਾ ਬਾਰੇ ਅਪਡੇਟ ਜਾਣੋ, ਕਿੱਥੋਂ ਆਏ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ। ਅਮਰੀਕਾ ਦੇ 에ਅਰਪੋਰਟ ਤੋਂ ਪਾਥੀਆਂ ਬਰਾਮਦ। ਭਾਰਤੀ ਯਾਤਰੀ ਕੋਲੋਂ ਬੈਗ ਬਰਾਮਦ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।